दूसरा ਇਹਦਾ ਭਾਵ ਇਹ ਵੀ ਹੈ, ਜਿੰਨੀਆਂ ਵੀ ਦਾਤਾਂ ਨੇ, ਚਾਹੇ ਉਹ ਸੰਸਾਰਕ ਨੇ ਤੇ ਚਾਹੇ ਉਹ ਪਰਮਾਰਥਕ ਨੇ, ਇਹ ਸਭ ਉਸ ਵਾਹਿਗੁਰੂ ਪਰਮੇਸ਼ਰ ਦੀਆਂ ਹਨ। ਉਹਦੇ ਨਾਲ ਕਿਸੇ ਦਾ ਜ਼ੋਰ ਨਹੀਂ ਚੱਲਦਾ। ਜੇ ਕੋਈ ਆਖੇ ਵੀ ਮੈਂ ਚਲੀਸੇ ਕੱਢ ਕੇ, ਕੋਈ ਸਾਧਨ ਤਪੱਸਿਆ ਕਰਕੇ ਆਪਣੇ ਜ਼ੋਰ ਦੇ ਨਾਲ ਰੱਬ ਦੇ ਕੋਲੋਂ ਮੈਂ ਦਾਤਾਂ ਲੈ ਸਕਦਾ ਹਾਂ, ਨਹੀਂ, ਐਸੀ ਕੋਈ ਗੱਲ ਨਹੀਂ ਹੋ ਸਕਦੀ। ਹਜ਼ੂਰ ਕਹਿੰਦੇ ਇੱਕ ਜਿਹੜੇ ਸਾਰੀ ਸਾਰੀ ਰਾਤ ਜਾਗਦੇ ਰਹਿੰਦੇ ਨੇ ਉਹ ਇਹਨਾਂ ਦਾਤਾਂ ਤੋਂ ਵਾਂਝੇ ਰਹਿ ਜਾਂਦੇ ਨੇ, ਤੇ ਇੱਕ ਜਿਹੜੇ ਗੁਰਮੁਖ ਪਿਆਰੇ ਹੁੰਦੇ ਨੇ ਉਹ ਪਿਛਲੀ ਰਾਤ ਉੱਠ ਕੇ ਭਜਨ ਕਰਦੇ ਨੇ ਤੇ ਵਾਹਿਗੁਰੂ ਉਹਨਾਂ ਨੂੰ ਪਿਛਲੀ ਰਾਤ ਸੁੱਤਿਆਂ ਨੂੰ ਜਗਾ ਕੇ ਤੇ ਉਹਨਾਂ ਨੂੰ ਸਿਮਰਨ ਦੀ ਦਾਤ ਬਖਸ਼ਿਸ਼ ਕਰ ਦਿੰਦਾ ਹੈ। ਉਹ ਗੁਰਮੁਖ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਦਾ ਸਿਮਰਨ ਕਰਦੇ ਹਨ ਤੇ ਫਿਰ ਉਹਨਾਂ ਨੂੰ ਸਭ ਦਾਤਾਂ ਪ੍ਰਾਪਤ ਹੋ ਜਾਂਦੀਆਂ ਹਨ। ਮਹਲਾ ਪਹਿਲਾ। ਸਿਦਕ ਸਬੂਰੀ ਸਾਧਕਾ, ਸਬਰ ਤੋ ਸਮਲਾਇਕਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਵਿੱਚ ਫਿਰ ਇਹਨਾਂ ਫਕੀਰਾਂ ਨੇ ਬੇਨਤੀ ਕੀਤੀ, ਮਹਾਰਾਜ ਕੋਈ ਸਾਨੂੰ ਉਪਦੇਸ਼ ਦਿਓ। ਤਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਇਹ ਉਪਦੇਸ਼ ਦਿੱਤਾ, ਸਿਦਕ ਸਬੂਰੀ ਸਾਧਕਾ। ਵੀ ਜਿਹੜੇ ਸਾਧਕ ਦਾ ਅਰਥ ਹੈ ਸਿਦਕ ਵਾਲੇ, ਰੱਬ ਦੇ ਭਰੋਸੇ ਵਾਲੇ ਮਹਾਂਪੁਰਖ ਨੇ, ਉਹਨਾਂ ਦੀ ਖੁਰਾਕ ਤੇ ਸਿਦਕ ਤੇ ਸਬੂਰੀ ਇਹ ਦੋ ਗੁਣ ਹੁੰਦੇ ਨੇ। ਇਹ ਇੱਕ ਰੂਹਾਨੀ ਖੁਰਾਕ ਹੈ, ਇੱਕ ਆਤਮਕ ਭੋਜਨ ਹੈ। ਸਿਦਕ ਤੇ ਸਬਰ, ਸਬਰ ਕਹਿੰਦੇ ਨੇ ਸੰਤੋਖ ਨੂੰ। ਸਿਦਕ ਸਬੂਰੀ ਸਾਧਕਾ, ਵੀ ਜਿਹੜੇ ਸਿਦਕ ਵਾਲੇ ਮਹਾਂਪੁਰਖ ਨੇ ਉਹ ਸਿਦਕ ਭਰੋਸਾ ਤੇ ਸਬੂਰੀ ਜਿਹੜੀ ਸਬਰ ਸ਼ੁਕਰ ਵਾਲੀ ਬਿਰਤੀ ਹੈ, ਇਹ ਉਹਨਾਂ ਦੀ ਆਤਮਕ ਖੁਰਾਕ ਹੁੰਦੀ ਹੈ। ਸਬਰ ਤੋਸਾ ਮਲਾਇਕਾ, ਮਲਾਇਕਾਂ ਦਾ ਅਰਥ ਹੈ ਜਿਹੜੇ ਕੋਮਲ ਸੁਭਾਅ ਵਾਲੇ, ਸਤੋਗੁਣੀ ਸੁਭਾਅ ਵਾਲੇ, ਸਹਿਨਸ਼ੀਲਤਾ ਦੇ ਸੁਭਾਅ ਦੇ ਮਾਲਕ ਜਿਹੜੇ ਮਹਾਂਪੁਰਖ ਹੁੰਦੇ ਨੇ। ਸਬਰ ਤੋਸਾ, ਜਿਹੜਾ ਸਬਰ ਹੈ ਇਹ ਉਹਨਾਂ ਦਾ ਤੋਸਾ ਹੁੰਦਾ ਹੈ, ਭਾਵ ਇਹ ਵੀ ਉਹਨਾਂ ਦੇ ਜੀਵਨ ਦੀ ਖੁਰਾਕ ਹੁੰਦਾ ਹੈ। ਵੀ ਜਿਹੜੇ ਸਿਦਕ ਵਾਲੇ ਨੇ ਉਹਨਾਂ ਦੀ ਖੁਰਾਕ ਸਿਦਕ ਭਰੋਸਾ ਤੇ ਸਬੂਰੀ ਜਿਹੜੀ ਸਬਰ ਸ਼ੁਕਰ ਦੀ ਭਾਵਨਾ ਹੁੰਦੀ ਹੈ। ਤੇ ਜਿਹੜੇ ਸਹਿਨਸ਼ੀਲਤਾ ਵਾਲੇ, ਕੋਮਲ ਸੁਭਾਅ ਵਾਲੇ, ਸਤੋਗੁਣੀ ਸੁਭਾਅ ਵਾਲੇ ਮਹਾਂਪੁਰਖ ਹੁੰਦੇ ਨੇ, ਉਹਨਾਂ ਦਾ ਤੋਸਾ ਆਤਮਕ ਖੁਰਾਕ ਵਾਹਿਗੁਰੂ ਦਾ ਸਬਰ ਹੁੰਦਾ ਹੈ। ਦੀਦਾਰ ਪੂਰੇ ਪਾਇਸਾ, ਥਾ ਨਹੀਂ ਖਾਏਗਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਦੀਦਾਰ ਪੂਰੇ ਪਾਇਸਾ। ਫਿਰ ਉਹ ਮਹਾਂਪੁਰਖ ਉਸ ਪੂਰੇ ਪ੍ਰਭੂ ਦਾ ਦੀਦਾਰ ਵੀ ਪ੍ਰਾਪਤ ਕਰ ਲੈਂਦੇ ਨੇ, ਜਿਨ੍ਹਾਂ ਦੇ ਅੰਦਰ ਸਿਦਕ ਤੇ ਸਬੂਰੀ ਦੇ ਗੁਣ ਆ ਜਾਂਦੇ ਨੇ, ਤੇ ਜਿਹੜੇ ਹਮੇਸ਼ਾ ਲਈ ਸਬਰ ਤੇ ਸ਼ੁਕਰ ਨੂੰ ਧਾਰਨ ਕਰ ਲੈਂਦੇ ਨੇ, ਤੇ ਫਿਰ ਉਹਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਦੇ ਦੀਦਾਰ ਵੀ ਹੋ ਜਾਂਦੇ ਨੇ। ਥਾਓ ਨਾਹੀਂ ਖਾਏਗਾ। ਪਰ ਹਜ਼ੂਰ ਕਹਿੰਦੇ ਜਿਹੜੇ ਮੂਰਖ ਨੇ, ਮੂਰਖ ਉਹ ਨੇ ਵੀ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਨਾਲ ਕੋਈ ਹਿਸਾਬ ਕਿਤਾਬ ਕਰਦੇ ਨੇ, ਬਈ ਅਸੀਂ ਇੰਨੀ ਤਪੱਸਿਆ ਕੀਤੀ ਹੈ, ਸਾਨੂੰ ਇਹ ਫਲ ਮਿਲਣਾ ਚਾਹੀਦਾ। ਉਹ ਮੂਰਖ ਨੇ ਰੱਬ ਦੀ ਦਰਗਾਹ ਦੇ ਵਿੱਚ। ਹਜ਼ੂਰ ਕਹਿੰਦੇ ਨੇ ਜਿਹੜੇ ਰੱਬ ਦੀ ਬਰਾਬਰੀ ਕਰਦੇ ਨੇ, ਕੋਈ ਉਹਦੇ ਨਾਲ ਹਿਸਾਬ ਕਿਤਾਬ ਦੀਆਂ ਗੱਲਾਂ ਕਰਦੇ ਨੇ, ਵੀ ਉਹ ਥਾਓ ਨਾਹੀਂ ਖਾਏਗਾ। ਉਹਨਾਂ ਮੂਰਖਾਂ ਨੂੰ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਕੋਈ ਥਾਂ ਨਹੀਂ ਮਿਲਦਾ। ਜਿਵੇਂ ਇਤਿਹਾਸ ਵਿੱਚ ਪ੍ਰਸੰਗ ਆਉਂਦਾ ਹੈ, ਇੱਕ ਸਰਮੱਧ ਮੁਸਲਮਾਨ ਸੂਫੀ ਫਕੀਰ ਹੋਇਆ, ਉਹਦੇ ਉੱਤੇ ਬੜੀ ਵਾਹਿਗੁਰੂ ਦੀ ਕਿਰਪਾ ਸੀ। ਔਰੰਗਜ਼ੇਬ ਨੇ ਉਸ ਨੂੰ ਕੈਦ ਕੀਤਾ ਤੇ ਭੁੱਖਾ ਪਿਆਸਾ ਵੀ ਰੱਖਿਆ। ਔਰ ਕਹਿੰਦੇ ਨੇ ਔਰੰਗਜ਼ੇਬ ਕੱਟੜ ਮੁਸਲਮਾਨ ਸੀ, ਉਹ ਉਸ ਨੂੰ ਸ਼ਰਅ ਦੇ ਮੁਤਾਬਕ ਚੱਲਣ ਦੇ ਲਈ ਆਖਦਾ, ਪਰ ਉਹ ਆਪਣੀ ਮੌਜ ਦੇ ਵਿੱਚ ਹਮੇਸ਼ਾ ਲਈ ਰਹਿਣਾ ਪਸੰਦ ਕਰਦਾ ਸੀ। ਇਹ ਕੋਈ ਕਿਸੇ ਵਲਾਇਤ ਦੇ ਬਾਦਸ਼ਾਹ ਦਾ ਭੇਜਿਆ ਹੋਇਆ ਸਫੀਰ ਆਇਆ ਤੇ ਉਸਨੇ ਔਰੰਗਜ਼ੇਬ ਦੇ ਕੋਲ ਇਹ ਸਵਾਲ ਭੇਜਿਆ, ਬਈ ਮੈਨੂੰ ਸਬਰ ਤੇ ਸ਼ੁਕਰ ਦੇ ਮਾਇਨੇ ਦਰਸਾਏ ਜਾਣ। ਹੁਣ ਔਰੰਗਜ਼ੇਬ ਦੇ ਕੋਲ 1400 ਬੜੇ ਬੜੇ ਆਲਮ ਤੇ ਫਾਜ਼ਲ ਵਿਦਵਾਨ ਸਨ। ਜਦੋਂ ਉਹਨਾਂ ਦੇ ਪਾਸੇ ਸਵਾਲ ਕੀਤਾ ਵੀ ਸਬਰ ਤੇ ਸ਼ੁਕਰ ਦੇ ਅਰਥ ਕੀ ਹੁੰਦੇ ਨੇ, ਸਿਦਕ ਸਬੂਰੀ ਸਾਧਕਾ, ਸਬਰ ਤੋਸਾ ਮਲਾਇਕਾ, ਤਾਂ ਉਸ ਵੇਲੇ ਉਹਨਾਂ ਵਿਦਵਾਨਾਂ ਨੇ ਆਪੋ ਆਪਣੇ ਖਿਆਲਾਂ ਦੇ ਮੁਤਾਬਕ, ਆਪੋ ਆਪਣੀ ਸੋਚ ਦੇ ਮੁਤਾਬਕ ਉਸ ਦੇ ਜਵਾਬ ਦਿੱਤੇ, ਪਰ ਉਸ ਦੀ ਤਸੱਲੀ ਨਾ ਹੋਈ।
ਫਿਰ ਉਹਨੂੰ ਆਖਿਆ ਗਿਆ ਵੀ ਇੱਕ ਮੁਸਲਮਾਨ ਸਰਮਦ ਫਕੀਰ ਹੈ ਔਰ ਉਹ ਔਰੰਗਜ਼ੇਬ ਬਾਦਸ਼ਾਹ ਦੀ ਕੈਦ ਵਿੱਚ ਹੈ। ਉਹਦੇ ਹੱਥਾਂ ਨੂੰ ਵੀ ਹੱਥਕੜੀਆਂ ਲੱਗੀਆਂ ਹੋਈਆਂ ਨੇ, ਪੈਰਾਂ ਨੂੰ ਵੀ ਬੇੜੀਆਂ ਪਾਈਆਂ ਹੋਈਆਂ ਨੇ। ਸਹੀ ਜਵਾਬ ਉਹ ਤੈਨੂੰ ਦੇ ਸਕਦਾ ਹੈ। ਔਰ ਕਹਿੰਦੇ ਨੇ ਜਦੋਂ ਉਹ ਵਲਾਇਤ ਦੇ ਬਾਦਸ਼ਾਹ ਦਾ ਸਫੀਰ ਸਰਮਦ ਫਕੀਰ ਨੂੰ ਮਿਲਣ ਵਾਸਤੇ ਗਿਆ ਔਰ ਉਹਦੇ ਹੱਥਾਂ ਨੂੰ ਹੱਥਕੜੀਆਂ ਤੇ ਪੈਰਾਂ ਨੂੰ ਬੇੜੀਆਂ ਲੱਗੀਆਂ ਦੇਖ ਕੇ ਬੜਾ ਹੈਰਾਨ ਹੋਇਆ। ਔਰ ਕਹਿੰਦੇ ਨੇ ਕੁਝ ਸਮੇਂ ਤੋਂ ਬਾਅਦ ਤੇ ਉਸ ਨੂੰ ਪੀਣ ਵਾਸਤੇ ਲੂਣ ਵਾਲੇ ਪਾਣੀ ਦਾ ਪਿਆਲਾ ਦਿੱਤਾ ਗਿਆ ਔਰੰਗਜ਼ੇਬ ਦੇ ਬੰਦਿਆਂ ਵੱਲੋਂ। ਔਰ ਉਸ ਫਕੀਰ ਨੇ ਲੂਣ ਵਾਲੇ ਪਾਣੀ ਦਾ ਪਿਆਲਾ ਪੀ ਕੇ ਤੇ ਉਸ ਵੇਲੇ ਰੱਬ ਦਾ ਸ਼ੁਕਰ ਕੀਤਾ। ਕਹਿਣ ਲੱਗਾ, ਹੇ ਖੁਦਾ, ਹੀ ਅੱਲਾਹ ਤਾਲਾ, ਤੇਰਾ ਸ਼ੁਕਰ ਹੈ ਤਾਂ ਕਿ ਤੂੰ ਮੈਨੂੰ ਚਾਹੇ ਲੂਣ ਵਾਲਾ ਹੀ ਪਾਣੀ ਦਾ ਪਿਆਲਾ ਦਿੱਤਾ ਪਰ ਮੈਂ ਇਸ ਤੇ ਪ੍ਰਸੰਨ ਹਾਂ। ਇਹ ਹੈ ਸਬਰ ਸ਼ੁਕਰ ਦੇ ਅਮਲੀ ਮਾਇਨਿਆਂ ਵਿੱਚ ਅਰਥ। ਜਿੱਥੋਂ ਉਸ ਫਕੀਰ ਦੀ ਤਸੱਲੀ ਹੋਈ ਕਿ ਉਸਨੇ ਆਪਣੇ ਬਾਦਸ਼ਾਹ ਨੂੰ ਜਾ ਕੇ ਦੱਸਿਆ ਬਈ ਜਿੰਨੇ ਵੀ ਬਾਦਸ਼ਾਹ ਦੇ ਆਲਮ ਤੇ ਫਾਜ਼ਲ ਬੜੇ ਬੜੇ ਵਿਦਵਾਨ ਸਨ, ਮੌਲਵੀ ਕਾਜੀ, ਉਹਨਾਂ ਤੋਂ ਇਸ ਗੱਲ ਦਾ ਜਵਾਬ ਨਹੀਂ ਦਿੱਤਾ ਗਿਆ। ਹਾਂ, ਇੱਕ ਮੁਸਲਮਾਨ ਫਕੀਰ ਹੈ, ਸਰਮਦ ਫਕੀਰ, ਔਰ ਉਸਨੇ ਸਹੀ ਮਾਇਨਿਆਂ ਵਿੱਚ ਸਬਰ ਸ਼ੁਕਰ ਦੇ ਅਰਥ ਮੈਨੂੰ ਸਮਝਾਏ ਨੇ। ਦੇਖ ਲਓ, ਲੂਣ ਦਾ ਪਿਆਲਾ ਪੀ ਕੇ ਵੀ ਰੱਬ ਦਾ ਸ਼ੁਕਰ ਕਰਨਾ ਇਹ ਕਿੱਡੀ ਵੱਡੀ ਗੱਲ ਹੈ। ਅਸੀਂ ਤੇ ਹੁਣ 36 ਪ੍ਰਕਾਰ ਦੇ ਭੋਜਨ ਛਕ ਕੇ ਫਿਰ ਵੀ ਰੱਬ ਦਾ ਨਾਂ ਨਹੀਂ ਲੈਂਦੇ। ਇਹ ਸਾਡੀ ਹਾਲਤ ਬਣੀ ਹੋਈ ਹੈ। ਹਜ਼ੂਰ ਕਹਿੰਦੇ ਨੇ ਵੀ ਜਿਹੜੇ ਐਸੇ ਮਹਾਂਪੁਰਖ ਨੇ ਦੀਦਾਰ ਪੂਰੇ ਪਾਏ ਸਾ, ਉਹਨਾਂ ਨੂੰ ਉਸ ਪੂਰਨ ਪ੍ਰਭੂ ਦੇ ਦੀਦਾਰ ਪ੍ਰਾਪਤ ਹੁੰਦੇ ਨੇ। ਥਾਓ ਨਾਹੀਂ ਖਾਏਕਾ, ਜਿਹੜੇ ਮੂਰਖ ਗੱਪੀ ਲੋਕ ਐਵੇਂ ਪਖੰਡ ਕਰਦੇ ਨੇ, ਉਹਨਾਂ ਲਈ ਰੱਬ ਦੀ ਦਰਗਾਹ ਵਿੱਚ ਕੋਈ ਥਾਂ ਨਹੀਂ ਹੁੰਦਾ। ਪੌੜੀ ਸਭ ਆਪੇ ਤੁਧ ਉਪਾਇ ਕੈ, ਆਪ ਕਾਰੈ ਲਾਈ। ਹੁਣ ਪੌੜੀ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਹੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਉਚਾਰਨ ਕਰਦੇ ਹਨ। ਸਭ ਆਪੇ ਤੁਧ ਉਪਾਇ ਕੈ, ਹੇ ਵਾਹਿਗੁਰੂ ਜੀ, ਤੁਸਾਂ ਆਪ ਹੀ ਸਾਰੀ ਸ੍ਰਿਸ਼ਟੀ ਨੂੰ ਪੈਦਾ ਕੀਤਾ ਹੈ ਤੇ ਆਪ ਕਾਰੈ ਲਾਈ, ਤੁਸੀਂ ਆਪ ਹੀ ਸਾਰਿਆਂ ਨੂੰ ਸਿਰ ਬਸਿਰ ਕਾਰ ਧੰਦਿਆਂ ਦੇ ਵਿੱਚ, ਕੰਮਾਂ ਕਾਰਾਂ ਦੇ ਵਿੱਚ ਲਾਇਆ ਹੋਇਆ। ਤੂੰ ਆਪੇ ਵੇਖ ਵਿਗਸਦਾ ਆਪਣੀ ਵਡਿਆਈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਵੇਂ ਤੇਰੀ ਆਪਣੀ ਵਡਿਆਈ ਦਾ ਅਰਥ ਹੈ ਮੌਜ ਹੁੰਦੀ ਹੈ, ਤੂੰ ਆਪ ਹੀ ਆਪਣੇ ਪੈਦਾ ਕੀਤੇ ਹੋਏ ਸੰਸਾਰ ਨੂੰ ਵੇਖ ਵੇਖ ਕੇ ਵਿਗਸਦਾ, ਪ੍ਰਸੰਨ ਹੋ ਰਿਹਾ ਹੈ। ਕਿਉਂਕਿ ਕੋਈ ਜੀਵ ਕੁਝ ਕਰ ਰਿਹਾ ਹੈ, ਕੋਈ ਕੁਝ ਕਰ ਰਿਹਾ ਹੈ। ਜਿਵੇਂ ਮਾਤਾ ਪਿਤਾ ਬੱਚਿਆਂ ਦੀਆਂ ਖੇਡਾਂ ਨੂੰ ਦੇਖ ਕੇ ਹੱਸਦੇ ਨੇ, ਇਸੇ ਤਰ੍ਹਾਂ ਹੀ ਵਾਹਿਗੁਰੂ ਜੀ ਤੂੰ ਆਪਣੇ ਰਚੇ ਸੰਸਾਰ ਨੂੰ ਵੇਖ ਕੇ ਖੁਸ਼ ਹੋ ਰਿਹਾ ਹੈ। ਹਰ ਤੁਧੋ ਬਾਹਰ ਕਿਛ ਨਾਹੀ, ਤੂੰ ਸੱਚਾ ਸਾਈਂ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੈ ਵਾਹਿਗੁਰੂ ਜੀ, ਆਪ ਜੀ ਤੋਂ ਬਾਹਰ, ਤੁਹਾਡੀ ਰਜ਼ਾ, ਤੁਹਾਡੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੋ ਸਕਦਾ। ਤੂੰ ਸੱਚਾ ਸਾਈਂ, ਤੂੰ ਸੱਚਾ ਸਾਈਂ, ਤੂੰ ਸੱਚਾ ਮਾਲਕ ਹੈ। ਤੇਰੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੋ ਸਕਦਾ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹੋਮੈ ਕਹਿ ਨਾ ਕੋਈ। ਹਜ਼ੂਰ ਕਹਿੰਦੇ, ਹੈ ਵਾਹਿਗੁਰੂ ਜੀ, ਤੁਹਾਡੀ ਆਗਿਆ ਤੋਂ ਬਾਹਰ, ਤੁਹਾਡੇ ਹੁਕਮ ਤੋਂ ਬਾਹਰ ਕੁਝ ਨਹੀਂ ਹੋ ਸਕਦਾ। ਤੂੰ ਸੱਚਾ ਸਾਈਂ ਹੈ, ਇਸ ਲਈ ਤੇਰੇ ਹੁਕਮ ਦੇ ਵਿੱਚ ਹੀ ਸਭ ਕੁਝ ਹੋ ਰਿਹਾ ਹੈ। ਤੂੰ ਆਪੇ ਆਪ ਵਰਤਦਾ ਸਭਨੀ ਹੀ ਥਾਈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੈ ਵਾਹਿਗੁਰੂ ਜੀ, ਤੂੰ ਆਪਣੇ ਆਪ ਹੀ ਵਰਤ ਰਿਹਾ ਹੈ। ਕਿੱਥੇ? ਸਭਨੀ ਹੀ ਥਾਈ, ਸਾਰੀਆਂ ਹੀ ਥਾਵਾਂ ਤੇ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ। ਤਾਰਨ ਮਾਹੇ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ। ਹਾਜ਼ੂਰ ਨੇ ਅੱਗੇ ਚੱਲ ਕੇ ਸਪਸ਼ਟ ਕਰ ਦਿੱਤਾ, ਤਿਸ ਤੇ ਪੈਨ ਨਹੀਂ ਕੋ ਠਾਓ, ਗੁਰ ਪ੍ਰਸਾਦ ਨਾਨਕ ਸੁਖ ਪਾਓ। ਕੋਈ ਐਸੀ ਜਗ੍ਹਾ ਨਹੀਂ ਜਿੱਥੇ ਵਾਹਿਗੁਰੂ ਨਹੀਂ ਹੈ। ਤੂੰ ਸਾਰਿਆਂ ਥਾਵਾਂ ਤੇ ਵਸ ਰਿਹਾ ਹੈ। ਹਰ ਤਿਸੈ ਤੇ ਆਵਹੁ ਸੰਤ ਜਨਹੁ, ਜੋ ਲੈ ਛਡਾਈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਐ ਸੰਤ ਜਨੋ, ਐ ਮਹਾਂਪੁਰਖੋ, ਤੁਸੀਂ ਉਸ ਵਾਹਿਗੁਰੂ ਪਰਮੇਸ਼ਰ ਨੂੰ ਧਿਆਓ, ਉਹਦਾ ਸਿਮਰਨ ਕਰੋ ਜੋ ਲੈ ਛਡਾਈ, ਵੀ ਜੋ ਆਂਦੇ ਸਮੇਂ ਜਮਾਂ ਤੋਂ ਵੀ ਛਡਾਉਣ ਵਾਲਾ ਹੈ।
ਸ਼ਲੋਕ ਮਹਲਾ ਪਹਿਲਾ। ਫੱਕੜ ਜਾਤੀ ਫੱਕੜ ਨਾਉ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਫਿਰ ਉਪਦੇਸ਼ ਦਿੰਦੇ ਹਨ। ਬਹੁਤ ਸਾਰੇ ਲੋਕ ਜਿਹੜੇ ਜਾਤ ਦੇ ਅਭਿਮਾਨ ਦੇ ਵਿੱਚ ਫਸੇ ਹੋਏ ਨੇ, ਉਹਨਾਂ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਫੱਕੜ ਜਾਤੀ, ਵੀ ਜਿਹੜੀ ਜਾਤ ਹੈ ਨਾ, ਬਰਾਦਰੀ ਹੈ ਕਿਸੇ ਦੀ, ਫੱਕੜ ਦਾ ਅਰਥ ਹੈ ਫਜ਼ੂਲ ਹੈ, ਬੇਕਾਰ ਹੈ। ਐਵੇਂ ਆਪਣੀਆਂ ਜਾਤੀ ਦੀਆਂ ਵਡਿਆਈ ਦੀਆਂ ਗੱਲਾਂ ਕਰਨੀਆਂ, ਐਵੇਂ ਬਰਾਦਰੀ ਦੇ ਸੋਹਲੇ ਗਾਈ ਜਾਣੇ, ਇਹ ਬੇਕਾਰ ਨੇ, ਫਜ਼ੂਲ ਨੇ। ਫੱਕੜ ਨਾਉ ਤੇ ਆਪਣਾ ਨਾਮ ਉੱਚਾ ਤੇ ਵੱਡਾ ਸਦਵਾਉਣਾ, ਇਹ ਵੀ ਫਜ਼ੂਲ ਗੱਲ ਹੈ। ਭਾਵ ਨਾ ਕੋਈ ਜਾਤ ਕਰਕੇ ਵੱਡਾ ਹੋ ਸਕਦਾ ਹੈ ਤੇ ਨਾ ਹੀ ਕੋਈ ਨਾਮ ਕਰਕੇ ਵੱਡਾ ਹੋ ਸਕਦਾ ਹੈ। ਅਸਲੀ ਤੇ ਵੱਡਾ ਵਾਹਿਗੁਰੂ ਦੇ ਨਾਮ ਕਰਕੇ ਹੋ ਸਕਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਜਾਤੀ ਦੀਆਂ ਗੱਲਾਂ ਕਰਨੀਆਂ ਇਹ ਵੀ ਫਜ਼ੂਲ ਨੇ, ਤੇ ਆਪਣੇ ਨਾਮ ਨੂੰ ਵੱਡਾ ਅਖਵਾ ਲੈਣਾ ਇਹ ਵੀ ਫਜ਼ੂਲ ਗੱਲਾਂ ਹਨ। ਸਭਨਾ ਜੀਆਂ ਇੱਕਾ ਛਾਉ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਾਰੇ ਜੀਵਾਂ ਤੇ ਇੱਕੋ ਹੀ ਅਕਾਲ ਪੁਰਖ ਵਾਹਿਗੁਰੂ ਦੀ ਛਤਰ ਛਾਇਆ ਹੈ। ਭਾਵ ਕੋਈ ਆਪਣੇ ਆਪ ਦੇ ਵਿੱਚ ਛੋਟਾ ਵੱਡਾ ਨਹੀਂ, ਕੋਈ ਉੱਚਾ ਨੀਵਾਂ ਨਹੀਂ। ਸਭਨਾ ਜੀਆਂ ਇੱਕਾ ਛਾਉ। ਸਾਰੇ ਜੀਵਾਂ ਤੇ ਇੱਕੋ ਹੀ ਵਾਹਿਗੁਰੂ ਪਰਮੇਸ਼ਰ ਦੀ ਛਾਂ ਹੈ। ਭਾਵ ਉਹਦਾ ਹੱਥ ਹੈ, ਉਹਦੀ ਮਿਹਰ ਦੀ ਛਾਂ ਹੈ, ਉਹਦੀ ਦ੍ਰਿਸ਼ਟੀ ਵਿੱਚ ਸਾਰੇ ਇੱਕ ਬਰਾਬਰ ਨੇ। ਤੇ ਸਾਨੂੰ ਵੀ ਹਮੇਸ਼ਾ ਲਈ ਸਾਰਿਆਂ ਦੇ ਨਾਲ ਇੱਕੋ ਜਿਹਾ ਹੀ ਪਿਆਰ ਤੇ ਵਰਤਾਓ ਕਰਨਾ ਚਾਹੀਦਾ ਹੈ, ਕਿਉਂਕਿ ਸਤਿਗੁਰੂ ਦੇ ਸਾਰੇ ਥਾਵਾਂ ਤੇ ਐਸੇ ਬਚਨ ਸਾਡੀ ਹਮੇਸ਼ਾ ਲਈ ਅਗਵਾਈ ਕਰਦੇ ਹਨ। ਅਵਲ ਅੱਲ੍ਹਾ ਹੈ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਏਕ ਪਿਤਾ ਏਕਸ ਕੇ ਹਮ ਬਾਰਿਕ, ਤੂੰ ਮੇਰਾ ਗੁਰਹਾਈ। ਕਲਗੀਧਰ ਪਾਤਸ਼ਾਹ ਦੇ ਵੀ ਕਿੰਨੇ ਪਿਆਰੇ ਬਚਨ ਨੇ। ਹਿੰਦੂ ਤੋਰੋ ਕੋ ਰਾਫ ਜੀ ਇਮਾਮ ਸਾਫੀ, ਮਾਨਸ ਕੀ ਜਾਤ ਸਭਾ ਏਕੈ ਪਹਿਚਾਨਬੋ। ਹਜ਼ੂਰ ਕਹਿੰਦੇ ਐਵੇਂ ਜਾਤੀਵਾਦੀਆਂ ਗੱਲਾਂ ਕਰ ਕਰਕੇ ਲੜਾਈ ਝਗੜੇ ਫਸਾਦ ਕਰਨੇ ਕਰਾਉਣੇ ਇਹ ਬਹੁਤ ਬੁਰੀ ਗੱਲ ਹੈ। ਹਜ਼ੂਰ ਕਹਿੰਦੇ ਸਾਰੇ ਜੀਵਾਂ ਦੇ ਉੱਤੇ ਇੱਕੋ ਅਕਾਲ ਪੁਰਖ ਵਾਹਿਗੁਰੂ ਦੀ ਛਤਰ ਛਾਇਆ ਹੈ ਔਰ ਉਹਦੀ ਮਿਹਰ ਦੀ ਛਾਂ ਹੈ। ਆਪਹੁ ਜੀ ਕੋ ਭਲਾ ਕਹਾਏ। ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੇ ਕੋਈ ਆਪਣੇ ਆਪ ਨੂੰ ਕੋਈ ਭਲਾ ਅਖਵਾਵੇ, ਭਾਵ ਕੋਈ ਆਪਣੀ ਉੱਚੀ ਜਾਤ ਕਰਕੇ ਜਾਂ ਕਿਸੇ ਨਾਮ ਕਰਕੇ ਆਪਣੇ ਆਪ ਨੂੰ ਦੂਜਿਆਂ ਨਾਲੋਂ ਉੱਤਮ ਕਹਾਵੇ। ਨਾਨਕ ਤਾਂ ਪਰ ਜਾਪੈ ਜਾਂ ਪਤ ਲੇਖੈ ਪਾਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹਦੀ ਇੱਜ਼ਤ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਕਦੇ ਵੀ ਪ੍ਰਵਾਨ ਨਹੀਂ ਹੋ ਸਕਦੀ। ਇਸੇ ਲਈ ਹਜ਼ੂਰ ਨੇ ਸੁਖਮਨੀ ਸਾਹਿਬ ਬਾਣੀ ਵਿੱਚ ਵੀ ਫਰਮਾਇਆ ਹੈ, ਆਪਸ ਕਉ ਜੋ ਭਲਾ ਕਹਾਵੈ, ਤਿਸ ਹੈ ਭਲਾਈ ਨਿਕਟ ਨਾ ਆਵੇ। ਆਪਹੁ ਜੇ ਕੋ ਭਲਾ ਕਹਾਏ, ਜੇ ਕੋਈ ਆਪਣੇ ਆਪ ਨੂੰ ਭਲਾ ਅਖਵਾਵੇ ਉਹਦੇ ਨੇੜੇ ਭਲਾਈ ਨਹੀਂ ਆ ਸਕਦੀ, ਨਾ ਹੀ ਉਹ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਕੋਈ ਇੱਜ਼ਤ ਪ੍ਰਾਪਤ ਕਰ ਸਕਦਾ। ਹਜ਼ੂਰ ਕਹਿੰਦੇ ਨੇ, ਦਰਗਾਹ ਮਾਣ ਨਿਮਾਣਾ ਪਾਵੇ, ਨਾਨਕ ਤਾਂ ਪਰ ਜਾਪੈ। ਹਜ਼ੂਰ ਕਹਿੰਦੇ ਪਰ ਵਿਸ਼ੇਸ਼ ਕਰਕੇ ਤਾਂ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਿਆ ਜਾ ਸਕਦਾ ਹੈ ਜਾਂ ਪਤ ਲਿਖਿਆ ਪਾਏ, ਵੀ ਜਦੋਂ ਕਿਸੇ ਦੀ ਪਤ ਵਾਹਿਗੁਰੂ ਦੇ ਲੇਖੇ ਪੈ ਜਾਵੇ। ਤੇ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਤਾਂ ਪਤ ਉਹਨਾਂ ਦੀ ਲੇਖੇ ਪੈਂਦੀ ਹੈ ਵੀ ਜਿਹੜੇ ਹਰ ਵੇਲੇ ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਜਾਤ ਪਾਤ ਦੇ ਅਭਿਮਾਨ ਨੂੰ ਛੱਡ ਦਿੰਦੇ ਹਨ, ਉਹਨਾਂ ਦੀ ਪਤ ਵਾਹਿਗੁਰੂ ਦੀ ਦਰਗਾਹ ਵਿੱਚ ਲੇਖੇ ਵਿੱਚ ਪੈਂਦੀ ਹੈ। ਮਹਲਾ ਦੂਜਾ। ਜਿਸ ਪਿਆਰੇ ਸਿਉ ਨੇਹੋ, ਤਿਸ ਆਗੈ ਮਰ ਚੱਲੀਐ। ਇਹ ਜਿਹੜਾ ਸ਼ਲੋਕ ਹੈ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ ਹੈ। ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਬਿਲਕੁਲ ਸ਼ਾਂਤ ਰਹਿੰਦੇ ਸਨ, ਬਚਨ ਬਹੁਤ ਘੱਟ ਕਰਦੇ ਸਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਭਾਈ ਲਹਿਣਾ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰ ਦਿੱਤੀ ਤੇ ਨਾਲ ਹੀ ਉਹਨਾਂ ਨੂੰ ਹੁਕਮ ਕੀਤਾ ਬਈ ਹੁਣ ਤੁਸੀਂ ਇੱਥੇ ਨਹੀਂ ਰਹਿਣਾ, ਕਰਤਾਰਪੁਰ ਸਾਹਿਬ ਦੇ ਅੰਦਰ ਤੁਸੀਂ ਖਡੂਰ ਸਾਹਿਬ ਚਲੇ ਜਾਓ।
ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਖਡੂਰ ਪਿੰਡ ਵਿੱਚ ਆ ਗਏ ਔਰ ਉੱਥੇ ਜਿੱਥੇ ਮਾਤਾ ਭਰਾਈ ਜੀ ਦਾ ਅਸਥਾਨ ਹੈ ਉੱਥੇ ਇੱਕ ਕੋਠੜੀ ਦੇ ਵਿੱਚ ਬੈਠ ਗਏ ਤੇ ਕੋਠੜੀ ਦਾ ਦਰਵਾਜ਼ਾ ਇੱਟਾਂ ਤੇ ਗਾਰੇ ਦੇ ਨਾਲ ਚਿਣ ਕੇ ਬੰਦ ਕਰ ਦਿੱਤਾ ਤੇ ਨਾਲ ਹੀ ਮਾਤਾ ਭਰਾਈ ਨੂੰ ਕਹਿ ਦਿੱਤਾ ਜੇ ਕੋਈ ਆਵੇ ਤਾਂ ਸਾਡੇ ਬਾਰੇ ਬਿਲਕੁਲ ਕਿਸੇ ਨੂੰ ਦੱਸਣਾ ਨਹੀਂ ਹੈ। ਆਪ ਅੰਦਰ ਬੈਠ ਕੇ ਜਿਉਂ ਲੱਗੇ ਵਾਹਿਗੁਰੂ ਦਾ ਭਜਨ ਕਰਨ ਤੇ ਸੁਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਵਿੱਚ ਜੁੜੀ ਹੋਈ ਹੈ। ਬੈਠਿਆਂ ਲਗਾਤਾਰ ਕਈ ਮਹੀਨੇ ਲੰਘ ਗਏ ਔਰ ਉਧਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੋਤੀ ਜੋਤ ਸਮਾ ਗਏ ਤੇ ਜਿੰਨੇ ਵੀ ਮਾਤਬਾਰ ਗੁਰਸਿੱਖ ਮਾਈ ਭਾਈ ਸਨ ਜਿਨ੍ਹਾਂ ਦੇ ਵਿੱਚੋਂ ਪ੍ਰਮੁੱਖ ਬਾਬਾ ਬੁੱਢਾ ਸਾਹਿਬ ਜੀ ਸਨ ਉਹਨਾਂ ਦੇ ਪਾਸ ਆ ਕੇ ਸੰਗਤਾਂ ਨੇ ਬੇਨਤੀਆਂ ਕੀਤੀਆਂ ਬਈ ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਤਾਂ ਸੱਚਖੰਡ ਚਲੇ ਗਏ ਹਨ ਤੇ ਪਰ ਹੁਣ ਉਹਨਾਂ ਦੀ ਥਾਂ ਤੇ ਜਿਹੜੇ ਉਹਨਾਂ ਦੇ ਜਾਨਸ਼ੀਨ ਨੇ ਉਹਨਾਂ ਦੀ ਪਾਲ ਕਰਨੀ ਚਾਹੀਦੀ ਹੈ। ਤੇ ਫਿਰ ਉਹ ਸਾਰੀਆਂ ਸੰਗਤਾਂ ਖਡੂਰ ਸਾਹਿਬ ਦੇ ਵਿੱਚ ਪਹੁੰਚੀਆਂ ਨੇ ਔਰ ਉਹਨਾਂ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਅੱਗੇ ਲਾਇਆ। ਮਾਤਾ ਭਰਾਈ ਜੀ ਦੇ ਘਰ ਪਹੁੰਚੇ ਤੇ ਉੱਥੇ ਆ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਮਾਤਾ ਭਰਾਈ ਜੀ ਨੂੰ ਪੁੱਛਿਆ ਵੀ ਕੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਨੇ। ਮਾਤਾ ਭਰਾਈ ਜੀ ਕਿਉਂਕਿ ਸਾਰੇ ਮਾਤਬਾਰ ਸਿੱਖ ਸਨ, ਬ੍ਰਹਮ ਗਿਆਨੀ ਸਨ, ਗੁਰੂ ਘਰ ਦੇ ਵਿੱਚ ਪਰਵਾਨੇ ਹੋਏ ਸਨ, ਵੇਖ ਕੇ ਨਾ ਤੇ ਝੂਠ ਹੀ ਬੋਲ ਸਕੇ ਤੇ ਨਾ ਹੀ ਸੱਚ ਬੋਲ ਸਕੇ ਔਰ ਉਹ ਚੁੱਪ ਰਹੇ। ਉਹਨਾਂ ਨੇ ਕੋਈ ਜਵਾਬ ਨਾ ਦਿੱਤਾ। ਤਾਂ ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਤਰਕਾਲਦਰਸ਼ੀ ਸਨ। ਇਹਨਾਂ ਨੂੰ ਇੱਕ ਵਾਰ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਵੀ ਕੀਤਾ ਸੀ, ਬਾਬਾ ਜੀ ਅਸੀਂ ਕਿਸੇ ਵੀ ਥਾਂ ਹੋਈਏ ਪਰ ਤੁਹਾਥੋਂ ਗੁੱਝੇ ਨਹੀਂ ਰਵਾਂਗੇ। ਹੁਣ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੀ ਅੰਤਰਜਾਮਤਾ ਦੇ ਨਾਲ ਪਤਾ ਲਾਇਆ ਬਈ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਹੀ ਹਨ ਤੇ ਫਿਰ ਉਹਨਾਂ ਨੇ ਉਸ ਕੋਠੜੀ ਦਾ ਦਰਵਾਜ਼ਾ ਇੱਟਾਂ ਦੇ ਨਾਲ ਚਿਣਿਆ ਹੋਇਆ ਖੋਲ੍ਹਿਆ ਤੇ ਜਦੋਂ ਅੰਦਰ ਗਏ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਸਮਾਧੀ ਲੱਗੀ ਹੋਈ ਹੈ। ਸੰਸਾਰ ਦਾ ਸਰੀਰ ਦਾ ਚੇਤਾ ਹੀ ਭੁੱਲਿਆ ਹੋਇਆ। ਸਾਰੇ ਗੁਰਸਿੱਖ ਐਸੀ ਅਡੋਲ ਅਵਸਥਾ ਨੂੰ ਵੇਖ ਕੇ ਹੈਰਾਨ ਹੋ ਗਏ। ਆਖੀਰ ਬਾਬਾ ਬੁੱਢਾ ਸਾਹਿਬ ਜੀ ਨੇ ਸੰਗਤਾਂ ਦੇ ਬੇਨਤੀ ਕਰਨ ਤੋਂ ਯਤਨ ਕੀਤਾ। ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਨੂੰ ਹੌਲੀ ਹੌਲੀ ਹੱਥ ਲਾ ਕੇ ਪਲੋਸਣਾ ਸ਼ੁਰੂ ਕਰ ਦਿੱਤਾ ਤੇ ਜਦੋਂ ਲਗਾਤਾਰ ਗੁਰੂ ਮਹਾਰਾਜ ਦੇ ਚਰਨਾਂ ਨੂੰ ਪੜੋਸੀ ਗਏ ਤੇ ਅਖੀਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਸਮਾਧੀ ਖੁੱਲ ਗਈ ਤੇ ਜਦੋਂ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਸਮਾਧੀ ਖੁੱਲੀ ਤਾਂ ਕੀ ਵੇਖਿਆ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਵਰੋਸਾਏ ਹੋਏ ਸਮੂਹ ਗੁਰਸਿੱਖ ਮਹਾਂਪੁਰਖ ਬ੍ਰਹਮ ਗਿਆਨੀ ਤਤ ਬੇਤੇ ਗੁਰੂ ਕੀਆਂ ਸੰਗਤਾਂ ਸਾਹਮਣੇ ਖੜੀਆਂ ਨੇ। ਤਾਂ ਉਸ ਵੇਲੇ ਪਹਿਲਾ ਸਵਾਲ ਗੁਰੂ ਅੰਗਦ ਦੇਵ ਮਹਾਰਾਜ ਦਾ ਇਹ ਸੀ, ਮੇਰੇ ਪਿਆਰੇ ਸਤਿਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਗੁਰੂ ਨਾਨਕ ਦੇਵ ਗੋਬਿੰਦ ਰੂਪ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਖਬਰਸਾਰ ਸੁਣਾਓ। ਤੇ ਇਹ ਬਚਨ ਸੁਣਦਿਆਂ ਸਾਰ ਸੰਗਤਾਂ ਦੇ ਨੇਤਰਾਂ ਵਿੱਚੋਂ ਵੈਰਾਗ ਤੇ ਪ੍ਰੇਮ ਦਾ ਜਲ ਵਹਿ ਤੁਰਿਆ। ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਮਝ ਗਏ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬਈ ਉਹ ਤੇ ਸੱਚਖੰਡ ਪਿਆਨਾ ਕਰ ਗਏ ਨੇ। ਬਾਬਾ ਬੁੱਢਾ ਸਾਹਿਬ ਜੀ ਨੇ ਹੱਥ ਜੋੜ ਕੇ ਅਰਜ਼ ਕੀਤੀ, ਕਹਿਣ ਲੱਗੇ ਦੇਖੋ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਤੁਹਾਨੂੰ ਆਪਣੀ ਥਾਂ ਉੱਤਰਾਅਧਿਕਾਰੀ ਸਥਾਪਨ ਕੀਤਾ ਹੈ। ਤੁਸੀਂ ਹੁਣ ਸੰਗਤਾਂ ਵਿੱਚ ਆਓ ਤੇ ਸੰਗਤਾਂ ਬੜੀਆਂ ਬੇਬਲ ਨੇ, ਇਹਨਾਂ ਨੂੰ ਉਪਦੇਸ਼ ਦਿਓ ਤਾਂ ਕਿ ਇਹਨਾਂ ਦਾ ਮਨ ਧੀਰਜ ਨੂੰ ਗ੍ਰਹਿਣ ਕਰ ਸਕੇ। ਬਾਬਾ ਬੁੱਢਾ ਸਾਹਿਬ ਜੀ ਦੀ ਬੇਨਤੀ ਨੂੰ ਸੁਣ ਕੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਬੜੇ ਵੈਰਾਗ ਤੇ ਪਿਆਰ ਦੇ ਵਿੱਚ ਆ ਕੇ ਬਾਹਰ ਆਏ ਨੇ। ਦੀਵਾਨ ਸਜਿਆ। ਜਦੋਂ ਪਹਿਲੀ ਵਾਰ ਸੰਗਤਾਂ ਦੇ ਰੂਬਰੂ ਹੋਏ ਨੇ ਉਸ ਵੇਲੇ ਇਹ ਸ਼ਲੋਕ ਉਚਾਰਨ ਕੀਤਾ ਹੈ, ਮਹੱਲਾ ਦੂਜਾ, ਜਿਸ ਪਿਆਰੇ ਸਿਉ ਨੇਹੋਂ ਤਿਸ ਆਗੈ ਮਰ ਚਲੀਏ।
ਧੰਨ ਗੁਰੂ ਅੰਗਦ ਦੇਵ ਮਹਾਰਾਜ ਦੇ ਹਿਰਦੇ ਵਿੱਚੋਂ ਗੁਰੂ ਨਾਨਕ ਸਾਹਿਬ ਦੇ ਪਿਆਰ ਨੇ ਐਸਾ ਉਛਾਲਾ ਮਾਰਿਆ ਤੇ ਇਹ ਬਚਨ, ਇਹ ਇੱਕ ਲਹਿਰ, ਇਹ ਇੱਕ ਬਾਣੀ ਗੁਰੂ ਮਹਾਰਾਜ ਦੀ ਰਸਨਾ ਤੋਂ ਪ੍ਰਗਟ ਹੋਈ। ਜਿਸ ਪਿਆਰੇ ਸੋ ਨੇਹੋ, ਗੁਰਮੁਖੋ ਜਿਸ ਪਿਆਰੇ ਦੇ ਨਾਲ ਪ੍ਰੇਮ ਲੱਗਿਆ ਹੋਵੇ ਤਿਸ ਆਗਾ ਮਰ ਚਲੀਏ। ਤੇ ਜੇ ਉਹਨੇ ਅਕਾਲ ਚਲਾਣਾ ਕਰਨਾ ਹੋਵੇ ਤੇ ਉਹ ਤੋਂ ਪਹਿਲਾਂ ਹੀ ਚਲੇ ਜਾਣਾ ਚਾਹੀਦਾ। ਇਹਦਾ ਮਤਲਬ ਇਹ ਹੈ ਉਹਦੇ ਵਿਛੋੜੇ ਦਾ ਦੁੱਖ ਨਾ ਦੇਖਣਾ ਪਵੇ। ਜਿੱਥੇ ਸਾਡਾ ਬਹੁਤਾ ਪ੍ਰੇਮ ਹੋਵੇ ਉੱਥੇ ਇਹ ਗੱਲ ਅਕਸਰ ਹੁੰਦੀ ਹੈ। ਕਿਸੇ ਮਾਂ ਦਾ ਨੌਜਵਾਨ ਪੁੱਤ ਤੁਰ ਜਾਵੇ ਤੇ ਮਾਂ ਦੇ ਮੂੰਹੋਂ ਇਹ ਸ਼ਬਦ ਲਾਜ਼ਮੀ ਨਿਕਲਦੇ ਨੇ ਵੀ ਪੁੱਤ ਇਦੋਂ ਤਾਂ ਮੈਂ ਹੀ ਮਰ ਜਾਂਦੀ, ਪਰ ਆ ਮੈਂ ਦੁੱਖ ਨਾ ਦੇਖਦੀ, ਤੂੰ ਕਿੱਧਰ ਚਲਾ ਗਿਆ, ਤੂੰ ਕਿਉਂ ਚਲਿਆ ਗਿਆ। ਇਸੇ ਤਰ੍ਹਾਂ ਉਸ ਪਿਆਰ ਦੇ ਵਿੱਚ ਆ ਕੇ ਇੱਕ ਪਵਿੱਤਰ ਪਿਆਰ ਹੈ ਗੁਰੂ ਤੇ ਸਿੱਖ ਦਾ। ਧੰਨ ਗੁਰੂ ਅੰਗਦ ਦੇ ਮਹਾਰਾਜ ਨੇ ਬਚਨ ਆਖੇ, ਜਿਸ ਪਿਆਰੇ ਸਿਓ ਨੇਹੋ, ਜਿਸ ਪਿਆਰੇ ਗੁਰੂ ਦੇ ਨਾਲ ਪ੍ਰੇਮ ਹੋਵੇ ਤਿਸ ਆਗਿਆ ਮਰ ਚਲੀਏ। ਵੀ ਉਹਦੇ ਜਾਣ ਤੋਂ ਆਗਿਆ ਦਾ ਅਰਥ ਪਹਿਲਾਂ ਹੀ ਸਾਨੂੰ ਮਰ ਕੇ ਅੱਗੇ ਚਲੇ ਜਾਣਾ ਚਾਹੀਦਾ ਹੈ। ਤ੍ਰਿਗ ਜੀਵਨ ਸੰਸਾਰ ਤਾਂ ਕੈ ਪਾਛੈ ਜੀਵਣਾ। ਧੰਨ ਗੁਰੂ ਅੰਗਦ ਦੇਵ ਮਹਾਰਾਜ ਇਹ ਪ੍ਰੇਮ ਦੀ ਪ੍ਰਬਲਤਾ ਦਾ ਇਹ ਦ੍ਰਿਸ਼ ਖਿੱਚ ਰਹੇ ਹਨ। ਤ੍ਰਿਗ ਜੀਵਨ ਸੰਸਾਰ ਤਾਂ ਕੈ ਪਾਛੈ ਜੀਵਣਾ, ਵੀ ਉਸ ਪਿਆਰੇ ਦੇ ਜਾਣ ਦੇ ਪਿੱਛੋਂ ਜਿਹੜਾ ਜੀਵਣਾ ਹੈ ਉਹ ਕਿਸੇ ਲਿਖੇ ਵਿੱਚ ਨਹੀਂ। ਤ੍ਰਿਗ ਜੀਵਨ ਸੰਸਾਰ, ਉਸ ਪਿਆਰੇ ਦੇ ਵਿਛੋੜੇ ਦੇ ਵਿੱਚ ਜਿਹੜਾ ਸੰਸਾਰ ਦੇ ਵਿੱਚ ਜਿਉਣਾ ਹੈ, ਤ੍ਰਿਗ ਉਹ ਤਰਕਾਰ ਯੋਗ ਹੈ, ਭਾਵ ਵਿਅਰਥ ਹੈ, ਉਹ ਕਿਸੇ ਖਾਸ ਲਿਖੇ ਵਿੱਚ ਨਹੀਂ ਹੈ। ਉਸ ਦੇ ਪਿੱਛੋਂ ਜੀਵਣਾ ਤੇ ਤਰਕਾਰ ਹੀ ਹੈ। ਇਹਦਾ ਮਤਲਬ ਜਿਸ ਦੇ ਨਾਲ ਬਹੁਤਾ ਪਿਆਰ ਹੋਵੇ ਤੇ ਉਹਦੇ ਜਾਣ ਤੋਂ ਪਹਿਲਾਂ ਹੀ ਚਲੇ ਜਾਣਾ ਚੰਗਾ ਹੁੰਦਾ। ਭਾਵੇਂ ਇਹ ਗੱਲ ਕਈ ਪ੍ਰੇਮੀ ਕਹਿੰਦੇ ਵੀ ਇਹ ਗੁਰਮਤਿ ਦੀ ਕਸਵੱਟੀ ਤੇ ਪੂਰੀ ਨਹੀਂ ਉਤਰਦੀ। ਇਹਦਾ ਅਰਥ ਕੁਛ ਆਧੁਨਿਕ ਵਿਦਵਾਨਾਂ ਨੇ ਇਉਂ ਵੀ ਕੀਤਾ ਹੈ, ਜਿਸ ਪਿਆਰੇ ਸਿਓ ਨੇਹੋ ਤਿਸ ਆਗਿਆ ਮਰ ਚਲੀਏ। ਵੀ ਜਿਸ ਪਿਆਰੇ ਦੇ ਨਾਲ ਪ੍ਰੇਮ ਹੋਵੇ ਤਿਸ ਆਗਿਆ ਦਾ ਅਰਥ ਕੀਤਾ ਵੀ ਉਹਦੇ ਆਗਿਆ ਦਾ ਅਰਥ ਸਨਮੁਖ ਹੋ ਕੇ, ਵੀ ਉਹਦੇ ਅੱਗੇ ਸਨਮੁਖ ਹੋ ਕੇ ਵੀ ਸਾਨੂੰ ਜੀਵਤ ਭਾਵ ਤੋਂ ਮਰ ਕੇ ਉਹਦੀ ਰਜ਼ਾ ਦੇ ਵਿੱਚ ਚੱਲਣਾ ਚਾਹੀਦਾ। ਪਰ ਜਿਹੜਾ ਪਹਿਲਾ ਵੀ ਅਰਥ ਹੈ ਨਾ, ਇਹ ਵੀ ਕਿਸੇ ਹੱਦ ਤੱਕ ਕਈ ਵਾਰੀ ਸਾਰਥਕ ਹੁੰਦਾ ਹੈ। ਜਿਵੇਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਅਕਾਲ ਚਲਾਣੇ ਦੇ ਸਮੇਂ ਵੀ ਕੁਝ ਐਸੇ ਰਾਜਪੂਤ ਰਾਜੇ ਸਨ ਜਿਨ੍ਹਾਂ ਨੇ ਸ਼੍ਰੀ ਕੀਰਤਪੁਰ ਸਾਹਿਬ ਪਤਾਲਪੁਰੀ ਦੀ ਧਰਤੀ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਸਰੀਰਕ ਵਿਛੋੜੇ ਨੂੰ ਨਾ ਝੱਲਦਿਆਂ ਹੋਇਆਂ ਔਰ ਉੱਥੇ ਚਿਖਾ ਦੇ ਵਿੱਚ ਹੀ ਛਾਲਾਂ ਮਾਰ ਦਿੱਤੀਆਂ ਸਨ ਵੀ ਹੁਣ ਤੁਹਾਡੇ ਬਿਨਾਂ ਸਾਡਾ ਕੌਣ ਹੈ, ਜਿਸ ਪਿਆਰੇ ਸਿਓ ਨੇਹੋ ਤਿਸ ਆਗਿਆ ਮਰ ਚਲੀਏ। ਇਸੇ ਤਰ੍ਹਾਂ ਕੌਮ ਦੀ ਮਹਾਨ ਹਾਸੀ ਪੰਥ ਰਤਨ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਜਦੋਂ ਪੰਜ ਭੌਤਿਕ ਸਰੀਰ ਤਿਆਗ ਕੇ ਸੱਚਖੰਡ ਚਲੇ ਗਏ ਸਨ, ਇੱਕ ਉਹਨਾਂ ਦਾ ਆਨੰਦ ਸੇਵਕ ਭਾਈ ਗੁਰਮੁਖ ਸਿੰਘ ਉੜੀਸਾ ਸੀ ਔਰ ਉਹ ਮਹਾਂਪੁਰਖਾਂ ਦੇ ਵਿਛੋੜੇ ਨੂੰ ਨਾ ਸਹਾਰਦਾ ਹੋਇਆ ਔਰ ਉਹ ਪਤਾਲਪੁਰੀ ਸਾਹਿਬ ਜੀ ਦੀ ਧਰਤੀ ਤੇ ਜਦੋਂ ਮਹਾਂਪੁਰਖਾਂ ਦੇ ਸਰੀਰ ਦਾ ਸੰਸਕਾਰ ਹੋ ਰਿਹਾ ਸੀ ਤੇ ਉਹ ਵੀ ਇਹਨਾਂ ਬਚਨਾਂ ਨੂੰ ਸਫਲ ਕਰਦਿਆਂ ਹੋਇਆਂ ਉਹ ਵੀ ਚਿਖਾ ਦੇ ਵਿੱਚ ਹੀ ਛਾਲ ਮਾਰ ਕੇ ਮਹਾਂਪੁਰਖਾਂ ਦੇ ਨਾਲ ਹੀ ਸੱਚਖੰਡ ਨੂੰ ਚਲਿਆ ਗਿਆ। ਇਹ ਕੁਛ ਅਨੋਖੇ ਪਿਆਰ ਦੀਆਂ ਮਿਸਾਲਾਂ ਕਿਧਰੇ ਕਿਧਰੇ ਮਿਲਦੀਆਂ ਨੇ। ਜਿਸ ਪਿਆਰੇ ਸਿਓ ਨੇਹੋ ਤਿਸ ਆਗਿਆ ਮਰ ਚਲੀਏ, ਵੀ ਜਿਸ ਪਿਆਰੇ ਦੇ ਨਾਲ ਅਥਾਹ ਪਿਆਰ ਹੋਵੇ ਤੇ ਫਿਰ ਕਹਿੰਦੇ ਨੇ ਉਸ ਤੋਂ ਪਹਿਲਾਂ ਹੀ ਮਰ ਜਾਣਾ ਅੱਛਾ ਹੁੰਦਾ ਹੈ ਤਾਂ ਕਿ ਉਹਦੇ ਵਿਛੋੜੇ ਦਾ ਦੁੱਖ ਨਾ ਸਹਾਰਨਾ ਪਵੇ। ਜਿਵੇਂ ਸਤੀਆਂ ਦੀ ਵੀ ਇਹੀ ਅਵਸਥਾ ਗੁਰੂ ਅਮਰਦਾਸ ਮਹਾਰਾਜ ਨੇ ਬਿਆਨ ਕੀਤੀ ਹੈ। ਸਤੀਆਂ ਇਹ ਨਾ ਆਖੀਆਂ ਜੇ ਮੜਿਆਂ ਲੱਗ ਜਲਨ, ਨਾਨਕ ਸਤੀਆਂ ਜਾਣੀਆਂ ਜੇ ਬਿਰਹੇ ਚੋਟ ਮਰਨ। ਇਹ ਸੱਚੇ ਪਿਆਰ ਦੀ ਗੱਲ ਹੁੰਦੀ ਹੈ ਔਰ ਉਹ ਕਿਸੇ ਦੇ ਵਿਛੋੜੇ ਵਿੱਚ ਬਾਅਦ ਵਿੱਚ ਹੱਠ ਦੇ ਨਾਲ ਸੜ ਕੇ ਮਰ ਜਾਣਾ, ਇਹ ਕੋਈ ਸੱਚੇ ਪਿਆਰ ਦੀ ਨਿਸ਼ਾਨੀ ਨਹੀਂ। ਸੱਚੇ ਪਿਆਰ ਦੀ ਨਿਸ਼ਾਨੀ ਇਹੀ ਹੈ ਵੀ ਉਹਦੇ ਵਿਛੋੜੇ ਦੀ ਖਬਰ ਸੁਣਦਿਆਂ ਸਾਰ ਹੀ
ਜਾਨ ਨਿਕਲ ਜਾਵੇ। ਇਹ ਹੁੰਦਾ ਸੱਚਾ ਪ੍ਰੇਮ। ਜਿਸ ਪਿਆਰੇ ਸਿਉਨੇ ਹੋ, ਜਿਸ ਪਿਆਰੇ ਦੇ ਨਾਲ ਅਥਾਹ ਪਿਆਰ ਹੋਵੇ ਵੀ ਤਿਸ ਆਗੈ ਮਰ ਚਲੀਐ, ਉਸ ਤੇ ਜਾਣ ਤੋਂ ਪਹਿਲਾਂ ਹੀ ਭਾਈ ਮਰ ਕੇ ਚਲੇ ਜਾਣਾ ਚਾਹੀਦਾ ਹੈ। ਤੇ ਤਰੇਕ ਜੀਵਨ ਸੰਸਾਰ ਤਾਂ ਕਹਿ ਪਾਛੈ ਜੀਵਨਾ, ਵੀ ਜਿਹੜਾ ਉਸ ਦੇ ਪਿੱਛੋਂ ਜੀਵਨ ਜਿਉਣਾ ਹੈ ਸੰਸਾਰ ਦੇ ਅੰਦਰ, ਉਹ ਤੇ ਤਰਕਾਰ ਯੋਗ ਹੁੰਦਾ ਹੈ। ਇਹ ਪਹਿਲਾ ਸ਼ਬਦ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਿੱਖ ਸੰਗਤਾਂ ਦੇ ਪ੍ਰਥਾਏਂ ਉਚਾਰਨ ਕੀਤਾ ਹੈ, ਜਿਸ ਦੇ ਨਾਲ ਸਮੂਹ ਸੰਗਤਾਂ ਵੀ ਇਸ ਸੱਚੇ ਸੁੱਚੇ ਅਥਾਹ ਪਿਆਰ ਦੇ ਅੱਗੇ ਉਹ ਵੀ ਸਤਿਗੁਰੂ ਦੇ ਚਰਨਾਂ ਤੇ ਝੁਕ ਗਈਆਂ ਤੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਨਮਸਕਾਰ ਕੀਤੀ ਅਤੇ ਉਹਨਾਂ ਨੂੰ ਹਮੇਸ਼ਾ ਲਈ ਪਵਿੱਤਰ ਬਾਣੀ ਦੁਆਰਾ ਉਪਦੇਸ਼ ਦੇਣ ਦੇ ਲਈ ਬੇਨਤੀਆਂ ਕੀਤੀਆਂ। ਹੁਣ ਅੱਗੇ ਹਜ਼ੂਰ ਫਰਮਾਉਂਦੇ ਹਨ, ਔੜੀ ਤੁਧ ਆਪੇ ਧਰਤੀ ਸਾਜੀਐ, ਚੰਦ ਸੂਰਜ ਦੋਏ ਦੀਵੇ। ਹੁਣ ਪੌੜੀ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਹੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਰਚਨਾ ਦੇ ਬਾਰੇ ਚਾਨਣਾ ਪਾਉਂਦੇ ਹਨ। ਤੁਧ ਆਪੇ ਧਰਤੀ ਸਾਜੀ ਹੈ, ਹੇ ਵਾਹਿਗੁਰੂ ਜੀ ਤੁਸਾਂ ਆਪ ਹੀ ਇਹ ਧਰਤੀ ਨੂੰ ਸਾਜਣਾ ਕੀਤਾ ਹੈ ਤੇ ਨਾਲ ਹੀ ਚੰਦ ਸੂਰਜ ਦੋਏ ਦੀਵੇ, ਚੰਦਰਮਾ ਤੇ ਸੂਰਜ ਦੋ ਦੀਵੇ ਵੀ ਤੁਸਾਂ ਸਿਰਜ ਦਿੱਤੇ, ਜਿਨ੍ਹਾਂ ਦੁਆਰਾ ਸੰਸਾਰ ਨੂੰ ਰੋਸ਼ਨੀ ਤੇ ਅਗਵਾਈ ਮਿਲਦੀ ਹੈ। 10 4 ਹਟ ਤੁਧ ਸਾਜਿਆ, ਵਾਪਾਰ ਕਰੀਵੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ 10 ਤੇ 4 ਭਾਵ 14 ਲੋਕ। ਇਹ ਤੁਸੀਂ ਹਟ ਦਾ ਅਰਥ ਹੈ ਜਿਵੇਂ ਕੋਈ ਹੱਟਾਂ ਹੁੰਦੀਆਂ ਨੇ, ਮਾਰਕੀਟਾਂ ਹੁੰਦੀਆਂ ਨੇ, ਇਹ 14 ਲੋਕ ਤੁਸਾਂ ਇਹ ਹੱਟਾਂ ਬਣਾ ਦਿੱਤੀਆਂ ਨੇ, ਇਹ ਵੀ ਤੁਸਾਂ ਹੀ ਬਣਾਈਆਂ ਨੇ। ਇਹ 14 ਲੋਕ ਤੁਸਾਂ ਆਪ ਹੀ ਹੱਟਾਂ ਵਾਂਗ ਬਣਾ ਦਿੱਤੇ। ਵਪਾਰ ਕਰੀਵੇ, ਜਿੰਨੇ ਵੀ ਜੀਵ ਨੇ ਸਾਰੇ ਉਹ ਇਹਨਾਂ ਲੋਕਾਂ ਦੇ ਵਿੱਚ ਆ ਕੇ ਵਪਾਰ ਕਰਦੇ ਨੇ। ਕਿਹੜਾ ਵਪਾਰ ਕਰਦੇ ਨੇ? 14 ਭਵਨ ਤੇਰੇ ਹਟ ਨਾਲੇ, ਜੇਤੇ ਜੀ ਤੇਤੇ ਵਣਜਾਰੇ, ਖੁੱਲੇ ਹਟ ਹੋਆ ਵਪਾਰ, ਜੋ ਪਹੁੰਚੈ ਸੋ ਚੱਲਣ ਹਾਰ। ਕਿਨਹੀ ਬਣ ਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤੋਹ ਬਣ ਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ। ਇਸ ਤਰ੍ਹਾਂ ਜਿੰਨੇ ਵੀ ਜੀਵ ਨੇ ਸ਼ੁਭ ਅਸ਼ੁਭ ਕਰਮਾਂ ਦਾ, ਗੁਣਾ ਔਗੁਣਾ ਦਾ ਤੇ ਕੋਈ ਭਾਈ ਅੰਮ੍ਰਿਤ ਦਾ ਕੋਈ ਜ਼ਹਿਰ ਦਾ ਵਪਾਰ ਕਰਦੇ ਹਨ। ਇਕ ਨਾਨੋ ਹਰ ਲਾਭ ਦੇ, ਜੋ ਗੁਰਮੁਖ ਥੀਵੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਕਨਾਂ ਨੂੰ ਹਰ ਲਾਭ ਦੇ, ਵੀ ਇਕਨਾਂ ਨੂੰ ਉਹ ਅਕਾਲ ਪੁਰਖ ਵਾਹਿਗੁਰੂ ਭਾਈ ਲਾਭ ਵੀ ਦਿੰਦਾ ਹੈ ਜਿਹੜੇ ਸੱਚ ਦਾ ਵਪਾਰ ਕਰਦੇ ਨੇ। ਜਿਵੇਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਪਿੱਛੇ ਵੀ ਆਖਿਆ ਸੀ ਬਈ ਉਹ ਧੰਨ ਹਨ ਗੁਰਮੁਖ ਪਿਆਰੇ ਸਦਾ ਸੱਚ ਵਪਾਰ, ਜਿਹੜੇ ਸੱਚ ਦਾ ਵਪਾਰ ਕਰਦੇ ਨੇ ਉਹਨਾਂ ਨੂੰ ਵਾਹਿਗੁਰੂ ਹੋਰ ਲਾਭ ਦਿੰਦਾ ਹੈ, ਉਹ ਹੋਰ ਵਧੇਰੇ ਸਿਮਰਨ ਕਰਦੇ ਨੇ। ਜੋ ਗੁਰਮੁਖ ਥੀਵੇ ਉਹ ਕੌਣ ਨੇ? ਭਾਈ ਜਿਹੜੇ ਗੁਰਮੁਖ ਬਣ ਗਏ ਹਨ। ਤਿਨ ਜਮ ਕਾਲ ਨ ਵਿਆਪਈ, ਜਿਨ ਸਚ ਅੰਮ੍ਰਿਤ ਪੀਵੇ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਫਿਰ ਉਹਨਾਂ ਨੂੰ ਜਮ ਕਾਲ ਵੀ ਨਹੀਂ ਵਿਆਪ ਸਕਦਾ। ਕਿਹਨਾਂ ਨੂੰ? ਜਿਨ ਸੱਚ ਅੰਮ੍ਰਿਤ ਪੀਵੇ, ਜਿਨ੍ਹਾਂ ਨੇ ਸੱਚੇ ਨਾਮ ਦਾ ਅੰਮ੍ਰਿਤ ਪੀ ਲਿਆ ਹੈ। ਓਏ ਆਪ ਛੁਟੇ ਪਰਵਾਰ ਸਿਉ, ਤਿਨ ਪਿੱਛੇ ਸਭ ਜਗਤ ਛੁਟੀਵੇ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਐਸੇ ਮਹਾਂਪੁਰਖਾਂ ਦੀ ਮਹਿਮਾ ਉਚਾਰਨ ਕਰਦੇ ਹਨ। ਉਹ ਆਪ ਛੁੱਟੇ ਪਰਿਵਾਰ ਸਿਓ, ਗੁਰਮੁਖੋ ਉਹ ਆਪ ਵੀ ਪਰਿਵਾਰ ਦੇ ਸਮੇਤ ਛੁੱਟ ਗਏ ਨੇ। ਤਿੰਨ ਪਿੱਛੇ ਸਭ ਜਗਤ ਛੁਟੀਵੇ, ਉਹਨਾਂ ਦੇ ਪਿੱਛੇ ਸਾਰਾ ਸੰਸਾਰ ਵੀ ਭਾਈ ਛੁੱਟ ਜਾਂਦਾ ਹੈ। ਜਿਹੜੇ ਵਾਹਿਗੁਰੂ ਦੇ ਪਿਆਰੇ ਨੇ, ਜਿਹੜਾ ਉਹਨਾਂ ਦਾ ਆਪਣਾ ਨਿੱਜੀ ਪਰਿਵਾਰ ਹੁੰਦਾ ਹੈ, ਬਿੰਦੀ ਕੁਲ ਹੁੰਦੀ ਹੈ, ਉਹਨੂੰ ਵੀ ਗੁਰੂ ਦੇ ਲੜ ਲਾ ਕੇ ਇਸ ਢੰਗ ਦੇ ਨਾਲ ਉਹਦਾ ਵੀ ਉਧਾਰ ਕਰ ਦਿੰਦੇ ਹਨ। ਤੇ ਜਿਹੜਾ ਸੰਸਾਰ ਹੈ ਉਹਨਾਂ ਦੇ ਸ਼ਰਧਾ ਭਾਵਨਾ ਲੈ ਆਉਂਦਾ, ਉਹਨਾਂ ਨੂੰ ਵੀ ਗੁਰੂ ਚਰਨਾਂ ਨਾਲ ਜੋੜ ਕੇ, ਗੁਰਸਿੱਖੀ ਨਾਲ ਜੋੜ ਕੇ, ਗੁਰੂ ਦੀ ਬਾਣੀ ਨਾਲ, ਨਾਮ ਦੇ ਨਾਲ ਜੋੜ ਕੇ ਉਹਨਾਂ ਦਾ ਵੀ ਉਧਾਰ ਕਰ ਦਿੰਦੇ ਨੇ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮਖੁਜਲੇ ਕੀਤੀ ਛੁੱਟੀ ਨਾਲ। ਕਲਗੀਧਰ ਪਾਤਸ਼ਾਹ ਨੇ ਚੌਪੀ ਸਾਹਿਬ ਬਾਣੀ ਵਿੱਚ ਲਿਖਿਆ ਹੈ, ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭਾ ਕਰਤਾਰਾ। ਵੀ ਇੱਕ ਪਰਿਵਾਰ ਗੁਰੂ ਦੇ 4 ਸਾਹਿਬਜ਼ਾਦੇ ਵੀ ਸਨ। ਅੱਜ ਜਿਨ੍ਹਾਂ ਦਾ 300 ਸਾਲਾ ਸ਼ਹੀਦੀ
ਪੁਰਬ ਸੰਗਤਾਂ ਮਨਾਉਣ ਦੇ ਲਈ ਤਿਆਰੀਆਂ ਕਰ ਰਹੀਆਂ ਨੇ ਅਤੇ ਬਾਕੀ ਦੂਸਰਾ ਪਰਿਵਾਰ ਗੁਰਸਿੱਖ ਸੰਗਤਾਂ ਦਾ ਸੀ। ਸਤਿਗੁਰੂ ਨੇ ਕਿਹਾ ਸੁਖੀ ਬਸੈ ਮੋਰੋ ਪਰਿਵਾਰਾ, ਵੀ ਮੇਰੇ ਭਾਵੇਂ ਸਾਹਿਬਜ਼ਾਦੇ ਸ਼ਹੀਦ ਹੋ ਗਏ ਤੇ ਬਾਕੀ ਵੀ ਭਾਵੇਂ ਸਭ ਕੁਝ ਸਾਡਾ ਤਬਾਹ ਹੋ ਗਿਆ, ਪਰ ਸਤਿਗੁਰੂ ਕਹਿੰਦੇ ਨੇ ਵੀ ਸੇਵਕ ਸਿੱਖ ਸਭਾ ਕਰਤਾਰਾ, ਜਿਹੜਾ ਸਾਡਾ ਸਿੱਖੀ ਦਾ ਪਰਿਵਾਰ ਹੈ, ਸੇਵਕ ਸਿੱਖ ਉਹ ਸਾਰੇ ਸੁਖ ਦੇ ਨਾਲ ਵਸਦੇ ਰਹਿਣ। ਇਹ ਐਸੀ ਸੁੰਦਰ ਆਸੀਸ ਗੁਰੂ ਮਹਾਰਾਜ ਨੇ ਬਖਸ਼ੀ। ਹਜ਼ੂਰ ਕਹਿੰਦੇ ਉਹ ਆਪ ਵੀ ਪਰਿਵਾਰ ਦੇ ਸਮੇਤ ਛੁੱਟ ਜਾਂਦੇ ਨੇ। ਤਿੰਨ ਪਿੱਛੇ ਸਭ ਜਗਤ ਛੁਟੀਵੇ, ਉਹਨਾਂ ਦੇ ਪਿੱਛੋਂ ਸਾਰਾ ਸੰਸਾਰ ਵੀ ਪਾਈ ਛੁੱਟ ਜਾਂਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ, ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ। ਅੱਜ ਚਾਰੇ ਸਤਿਗੁਰੂ ਸਾਹਿਬਾਨ ਦਾ ਸਾਂਝਾ ਤੇ ਸਮਿਲਤ ਉਪਦੇਸ਼ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਸਤਿਗੁਰੂ ਮਿਹਰ ਕਰਨ ਇਹ ਪਾਵਨ ਪਵਿੱਤਰ ਬਾਣੀ ਦੇ ਸ਼ਬਦ, ਇਹਨਾਂ ਦਾ ਭਾਵ, ਇਹਨਾਂ ਦਾ ਸਿਧਾਂਤ ਸਾਡੇ ਹਿਰਦੇ ਵਿੱਚ ਵਸੇ। ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਤਿਨ ਜਮ ਕਾਲ ਨ ਵਿਆਪਈ, ਜਿਨ ਸਚ ਅੰਮ੍ਰਿਤ ਪੀਵੇ। ਹੋਏ ਆਪ ਛੁਟੇ ਪਰਵਾਰ ਸਿਉ, ਤਿਨ ਪਿਛੈ ਸਭ ਜਗਤ ਛੁਟੀਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।